वेलकम टू आवर शो। मैं आपका मेज़बान उस्मान मलक आपके लिए आज हम लोग स्पेशल आज की खुसूसी पंचायत प्रोग्राम लेके आए हैं और मेरे साथ मेरे कुलीग हाजी अशफाक भी मौजूद हैं और हम आप लोगों को वेलकम करते हैं आज के शो में। हाँ जी अच्छा जी जी बिल्कुल जी। ਤੁਸੀਂ ਮੈਨੂੰ ਇਹ ਦੱਸੋ ਤੁਹਾਡਾ कैसा दिन गुजरे? मलक साहब दिन की दसना है, मैं सुबह निकलिया बाहर, बारिश इन्नी सी तो बारिश से थोड़ा भिजया भी हाँ, समझो क्लाउड ब्रेस्ट जिन्होंने आते ना मौसम का हो गया जो काफ़ी बारिश बहुत टफ बारिश जो बाहर वाला साडा रोड है ना पुनाली वाला तो फुट तो 1.5 फुट पानी पर चल रहा है, इन्ना पानी पिछों आ गया। तो बारिश का ही पानी है क्योंकि साडा दरिया तो नहर ने तो नहीं सानू मार की थी, बहुत ज़्यादा बारिश हुई जी बारिश रात की काफ़ी ज़्यादा स्टिल हो रही स्टिल हो रही। अल्लाह ताला सारे लोगों के हाल ते रहम करे जी जी अल्लाह ताला रहमत दी करे रहमत दे पाए जिथे भी पाए जी बस जी हुण अगो फर्दर जरूरत नहीं है जरूरत नहीं हो बारिश की तो फसलों में बहुत नुकसान है, जानवरों में अल्लाह रहमत करे अपनी रहमत की। आज का प्रोग्राम फर्दर आगे बढ़ाने से पहले मैं अपने व्यूवर्स से स्पेशल रिक्वेस्ट करूंगा काइंडली हमारे चैनल को सब्सक्राइब करें, इसको लाइक करें, इसको शेयर करें और हमारे डिस्क्रिप्शन में इसके सारे आज की पंचायत के नाम के सारे फर्दर लिंक्स दिए हुए हैं, टिकटॉक का, इंस्टाग्राम का, एक्स का और फेसबुक का। उन पे भी काइंडली जाएं और अपने व्यूज़ दें हमें और अपने कमेंट्स दें ताकि हमारे प्रोग्राम की जो है वो फर्दर रिफाइनमेंट हो सके। जी हाँ जी साहब तुसी ਅੱਜ ਅੱਗੇ ਸ਼ਤਰੰਜ ਰੱਖੀ ਬੈਠੇ ਹੋ ਨਹੀਂ ਸ਼ਤਰੰਜ ਮੈਨੂੰ ਲੱਗਦਾ ਹੈ ਕਿ ਤੁਹਾਡੇ ਦਿਮਾਗ ਵਿੱਚ ਨਾ ਕੁਝ ਸ਼ਤਰੰਜ ਦੀ ਤਰ੍ਹਾਂ ਦੇ ਸਵਾਲ ਡੱਕੇ ਜੀ ਨੇ ਮਲਕ ਸਾਹਿਬ ਉਹ ਮੈਂ ਨਾ ਕਹਿਣਾ ਵੀ ਕੱਲ ਪਰਸੋਂ ਦੀਆਂ ਖਬਰਾਂ ਪੈ ਵੀ ਨਾ ਉੱਥੇ ਕੋ ਵਾਵਾ ਜੀ ਚੌਧਰੀ ਇਕੱਠੇ ਹੋਏ ਨੇ ਕੋ ਉਧਰ ਦੀਆਂ ਗੱਪਾਂ ਠੱਪਾਂ ਕੋ ਆਪਣੇ ਕਾਰੋਬਾਰ ਲੈਣ ਦੇਣ ਦੇ ਕਰਦੇ ਨੇ ਤੇ ਉਹ ਕੀ ਚੀਜ਼ ਹੈ ਬੇਸਿਕਲੀ ਉਹ ਨਾਜ਼ਰੀਨ ਨੂੰ ਦੱਸੋ ਹਾਂ ਕਿ ਉਹ ਕਾਹਦਾ ਗਲਾਸ ਹੋ ਰਿਹਾ ਹੈ। ਭਾਈ ਸਾਹਿਬ ਉਹ ਬੜਾ ਮਜ਼ੇ ਦਾ ਤੁਹਾਡਾ ਸਵਾਲ ਹੈ। ਹਾਂ ਆ ਗਾਲਬਨ ਤੁਸੀਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਚਾਲ ਚੱਲੀ ਜੀ ਜੀ ਹੁਣ ਮੈਂ ਤੁਹਾਡੇ ਮੁਕਾਬਲੇ ਦੇ ਚਾਲ ਚੱਲਦਿਆਂ ਨਾ ਜੀ ਤੇ ਫੇਰ ਭਾਜੀ ਮੈਂ ਜਿਹੜਾ ਨਾ ਉਹ ਤੁਹਾਨੂੰ ਜਵਾਬ ਦੇਣਾ ਇਸ ਗੱਲ ਦਾ ਇਹ ਹੈ ਮੈਂ ਚਾਲ ਚੱਲ ਦਿੱਤੀ ਹੁਣ ਬਰਾਬਰ ਸਟੈਂਡ ਸਟ੍ਰੇਟ ਹੈ। ਮੈਂ ਸਵਾਲ ਕਰਨ ਤੋਂ ਪਹਿਲਾਂ ਚਾਲ ਚੱਲਣਾ ਤੇ ਤੁਸੀਂ ਇਹਦਾ ਜਵਾਬ ਦਿਓ ਹਾਂ ਥੋੜਾ। ਮੈਂ ਭਾਜੀ ਤੁਹਾਨੂੰ ਜਵਾਬ ਦਿੰਦਾ ਇਹ ਸ਼ੰਘਾਈ ਤਾਵਨ ਤਨਜ਼ੀਮ ਹੈ SCO ਇਹਦਾ ਮੁਖੱਫਫ ਹੈ ਇੰਗਲਿਸ਼ ਠੀਕ ਹੈ ਔਰ ਇਹ ਚਾਈਨਾ ਨੇ ਬਣਾਈ ਸੀ ਕੁਛ ਅਰਸਾ ਪਹਿਲੇ ਜੀ ਔਰ ਇਹਦੇ ਵਿੱਚ ਸਟਾਰਟ ਇਸ ਦੇ ਥੋੜੇ ਮੈਂਬਰ ਸਨ ਠੀਕ ਹੈ ਔਰ ਇਹਦਾ ਬੇਸਿਕਲੀ ਇਹਦੇ ਨਾਮ ਤੋਂ ਹੀ ਜ਼ਾਹਰ ਹੈ ਸ਼ੰਘਾਈ ਤਾਵਨ ਤਨਜ਼ੀਮ ਕਿ ਸਾਰੇ ਮੁਲਕਾਂ ਨੇ ਆਪਸ ਵਿੱਚ ਕੋਆਪਰੇਟ ਕਰਨਾ ਠੀਕ ਹੈ ਤਾਵਨ ਤਨਜ਼ੀਮ ਦਾ ਤੇ ਉਹ ਉਸ ਸਿਲਸਿਲੇ ਦੇ ਵਿੱਚ ਉਹ ਚੀਜ਼ ਹੁਣ ਚੱਲਦਿਆਂ ਜਿਸ ਤਰ੍ਹਾਂ ਚਾਈਨਾ ਜਿਹੜਾ ਹੈ ਉਹ ਦੁਨੀਆ ਦੀ ਫੈਕਟਰੀ ਬਣ ਕੇ ਤੇ ਬਹੁਤ ਜ਼ਿਆਦਾ ਉਹ ਦੌਲਤ ਕਮਾ ਕੇ ਤੇ ਦੌਲਤ ਦੇ ਵਿੱਚ ਕਾਫੀ ਜ਼ਿਆਦਾ ਅੱਗੇ ਨਿਕਲਿਆ ਇਸ ਵੇਲੇ ਉਹ ਦੁਨੀਆ ਦੀ ਸੈਕੰਡ ਲਾਰਜੈਸਟ ਇਕਨੋਮੀ ਹੈ ਠੀਕ ਹੈ ਇਨ ਟਰਮਸ ਆਫ ਫਾਈਨਾਂਸ ਠੀਕ ਹੈ ਔਰ ਟੈਕਨੋਲੋਜੀ ਦੇ ਵਿੱਚ ਵੀ ਅਮਰੀਕਾ ਔਰ ਰੂਸ ਤੇ ਇਹ ਉਹਦੇ ਨਾਲੋਂ ਥੋੜਾ ਅੱਗੇ ਨੇ ਅਸਲੇ ਦੇ ਲਿਹਾਜ਼ ਨਾਲ ਲੇਕਿਨ ਬਾਕੀ ਜਿਹੜੀ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਇਨਵੈਂਟ ਹੋ ਰਹੀ ਹੈ ਉਹਦੇ ਵਿੱਚ ਚਾਈਨਾ ਜਿਹੜਾ ਹੈ ਉਹ ਕੁਝ ਚੀਜ਼ਾਂ 'ਚ ਦੁਨੀਆ ਨਾਲ ਅੱਗੇ ਆ ਕੁਝ ਚੀਜ਼ਾਂ 'ਚ ਉਹ ਅਮਰੀਕਾ ਨਾਲੋਂ ਥੋੜਾ ਜਿਹਾ ਪਿੱਛੇ ਹੈ ਠੀਕ ਹੈ ਤੇ ਉਹ ਜਿਸ ਤਰ੍ਹਾਂ ਚਾਈਨਾ ਦਾ ਸਾਈਜ਼ ਵੱਧਦਾ ਗਿਆ ਹੈ ਪੈਸੇ ਦੇ ਲਿਹਾਜ਼ ਨਾਲ ਉਸ ਤਰ੍ਹਾਂ ਉਹਦਾ ਫਿਰ ਜਿਹੜਾ ਨਾ ਤਨਜ਼ੀਮ ਦਾ ਦਾਇਰਾ ਵੀ ਵੱਧਦਾ ਗਿਆ ਹੈ। ਸ਼ੰਘਾਈ ਆਪਣੇ ਸ਼ਹਿਰ ਦੇ ਨਾਂ ਤੋਂ ਹੀ ਉਹਨਾਂ ਨੇ ਤਨਜ਼ੀਮ ਬਣਾਈ ਹੈ ਉਹਦਾ ਦਾਇਰਾ ਵੀ ਫਿਰ ਵੱਧਦਾ ਗਿਆ ਹੁਣ ਉਹ ਦਾਇਰਾ ਵੱਧਦਿਆਂ ਆਂਢ ਗੁਆਂਢ ਦੇ ਸਾਰੇ ਮੁਲਕ ਪਾ ਕੇ ਰਸ਼ੀਆ ਪਾ ਕੇ ਇੰਡੀਆ ਪਾ ਕੇ ਪਾਕਿਸਤਾਨ ਠੀਕ ਹੈ ਸੈਂਟਰਲ ਏਸ਼ੀਆ ਦੇ ਮੁਲਕ ਨੇ ਈਰਾਨ ਜਿਹੜਾ ਉਹਦੇ ਵਿੱਚ ਹੁਣ ਸ਼ਾਮਲ ਹੈ ਠੀਕ ਹੈ ਔਰ UAE ਸਾਊਦੀ ਅਰੇਬੀਆ ਦੁਨੀਆ ਦੇ ਹੋਰ ਬੇਸ਼ੁਮਾਰ ਮੁਲਕ ਠੀਕ ਹੈ ਉਹ ਇਹਦੇ ਕਿਸੇ ਨਾ ਕਿਸੇ ਸ਼ਕਲ 'ਚ ਇਹਦੀ ਨੁਮਾਇੰਦਗੀ ਜਾਂ ਇਖਤਿਆਰ ਕਰ ਚੁੱਕੇ ਨੇ ਜਾਂ ਕਰਨਾ ਚਾਹ ਰਹੇ ਨੇ ਠੀਕ ਹੈ ਔਰ ਇਹਦਾ ਕਾਫੀ ਅੱਛਾ ਇੱਕ ਦਾਇਰਾ ਜਿਹੜਾ ਉਹ ਵਸੀ ਹੋਇਆ ਤੇ ਉਸੇ ਸਿਲਸਿਲੇ ਦੇ ਵਿੱਚ ਹੀ ਸਾਰਾ ਇਹ ਇਕੱਠ ਹੈ ਉਹਨਾਂ ਦੀ ਉੱਥੇ ਜਿਹੜੀ ਹੈ ਸੈਕੰਡ ਵਰਲਡ ਵਾਰ ਦੇ ਵਿੱਚ ਜਦੋਂ ਜਾਪਾਨ ਨੇ ਸਰੈਂਡਰ ਕੀਤਾ ਹੈ ਤੁਹਾਨੂੰ ਪਤਾ ਹੈ ਨਾ ਜਾਪਾਨ ਦਾ ਦੁਨੀਆ 'ਚ ਨਕਸ਼ਾ ਦੇ ਸਿਰ ਦੇ ਬਾਲ ਬਰਾਬਰ ਛੋਟਾ ਜਿਹਾ ਉਹ ਜਦੋਂ ਵੀ ਉਹ ਫਤਿਹ ਕਰਨ ਦੇ ਚੱਕਰਾਂ 'ਚ ਆਇਆ ਤੇ ਉਹ ਫਿਰ ਇੱਥੇ ਹੀ ਆਇਆ
ਉਹਦੇ ਸਾਹਮਣੇ ਆ ਚਾਈਨਾ, ਰਸ਼ੀਆ ਵਗੈਰਾ ਹੀ ਸਨ, ਕੋਰੀਆ ਵਗੈਰਾ। ਉਹ ਪਹਿਲਾਂ ਇਹਨਾਂ 'ਚ ਬੜੇ ਨੇ ਆ ਕੇ, ਉਹ ਫਿਰ ਸਾਰਾ ਕਬਜ਼ਾ ਕਰਦੇ ਕਰਦੇ ਜੰਗੇ ਅਜ਼ੀਮ ਦੋਮ ਦੇ ਵਿੱਚ ਉਹ ਫਿਰ ਬਰਮਾ ਤੱਕ ਆਏ ਨੇ। ਪਤਾ ਇੱਥੋਂ ਸਾਡੇ ਪੰਜਾਬੀ ਔਰ ਸਿੱਖ ਜਿਹੜੇ ਨੇ, ਇਹ ਸਾਰੇ ਜਿੰਨੇ ਲੋਕ ਨੇ, ਇਹ ਸਾਰੇ ਬ੍ਰਿਟਿਸ਼ ਫੋਰਸ 'ਚ ਭਰਤੀ ਹੋ ਫਿਰ ਬਰਮਾ ਦੇ ਮਹਾਸ ਤੇ ਗਏ ਨੇ ਕਿ ਜਾਪਾਨ ਇੱਧਰ ਨਾ ਆ ਜਾਵੇ, ਇੰਡੀਆ ਤੇ ਨਾ ਆ ਕੇ, ਸਬ ਕੰਟੀਨੈਂਟ ਤੇ ਨਾ ਆ ਕੇ ਕਬਜ਼ਾ ਕਰ। ਠੀਕ ਹੈ। ਤੇ ਉਹ ਫਿਰ ਉਦੋਂ ਜਦੋਂ ਜਾਪਾਨ ਨੇ ਸਰੈਂਡਰ ਕੀਤਾ ਤੇ ਉਹਦੀ ਯਾਦ ਦੇ ਵਿੱਚ ਚਾਈਨਾ ਨੇ ਆਪਣਾ ਇੱਕ ਫੌਜੀ ਪਰੇਡ ਵੀ ਰੱਖੀ ਹੈ, ਜਿਹੜੀ ਕਿ ਇਸ ਵੇਲੇ ਦੁਨੀਆ ਦੀ ਸਭ ਤੋਂ ਤਗੜੀ ਔਰ ਲੇਟੈਸਟ ਅਸਲੇ ਦੇ ਨੁਮਾਇਸ਼ ਦੀ ਫੌਜੀ ਪਰੇਡ ਹੈ। ਚਾਈਨਾ ਦੀ ਹਿਸਟਰੀ 'ਚ ਇੰਨੀ ਵੱਡੀ ਫੌਜੀ ਪਰੇਡ ਨਹੀਂ ਹੋਈ। ਠੀਕ ਹੈ, ਜਿਹੜੀ ਫੌਜੀ ਪਰੇਡ ਕਰੰਟਲੀ ਹੋ ਰਹੀ ਹੈ। ਠੀਕ ਹੈ, ਬਿਲਕੁਲ ਸਹੀ। ਔਰ ਉਹ ਇਹ ਸਾਰੇ ਲੀਡਰਸ ਜਿਹੜੇ ਨੇ ਉਹ ਬੈਠ ਕੇ ਵੇਖ ਰਹੇ ਨੇ। ਔਰ ਮਜ਼ੇ ਦੀ ਗੱਲ ਹੈ ਕਿ ਉਹਦੇ ਵਿੱਚ ਠੀਕ ਹੈ ਇੰਡੀਆ, ਪਾਕਿਸਤਾਨ ਔਰ ਸਾਰੇ ਲੋਕ ਸ਼ਾਮਲ ਨੇ। ਪਾਕਿਸਤਾਨ ਦੀ ਤੇ ਸਾਰੀ ਜਿਹੜੀ ਰੂਲਿੰਗ ਹਾਇਰਾਰਕੀ ਹੈ ਉਹ ਸਾਰੇ ਲੋਕ ਉੱਥੇ ਮੌਜੂਦ ਨੇ। ਸਾਡੇ ਫੀਲਡ ਮਾਰਸ਼ਲ ਸਾਹਿਬ ਵੀ ਉੱਥੇ ਮੌਜੂਦ ਨੇ, ਸਾਡੇ ਫਾਈਨਾਂਸ ਮਿਨਿਸਟਰ ਉੱਥੇ ਮੌਜੂਦ ਨੇ, ਇੰਟੀਰੀਅਰ ਮਿਨਿਸਟਰ ਮੌਜੂਦ ਨੇ, ਤੇ ਉਹ ਫੁੱਲ ਫਲੈਜ ਸਾਰੇ ਮੁਲਕਾਂ ਦਾ ਇਸ ਤਰ੍ਹਾਂ ਟੀਮਾਂ ਉੱਥੇ ਗਈਆਂ। ਠੀਕ ਹੈ। ਔਰ ਮੋਦੀ ਸਾਹਿਬ ਵੀ ਕੋਈ ਤਕਰੀਬਨ 7 ਸਾਲ ਦੇ ਅਰਸੇ ਬਾਅਦ ਉੱਥੇ ਗਏ ਨੇ। 5-7 ਸਾਲ ਉਹ ਜਦੋਂ ਮਗਰਬ ਦੇ ਨਾਲ ਆਪਣੀ ਦੋਸਤੀ ਦੀਆਂ ਪਿੰਗਾਂ ਵਧਾ ਰਹੇ ਸਨ ਔਰ ਟਰੰਪ ਦੇ ਨਾਲ ਬੜਾ ਦੋਸਤੀ ਔਰ ਬੜਾ ਸਾਰਾ ਮਾਮਲਾ ਹੋ ਰਿਹਾ ਸੀ ਜੀ, ਤੇ ਉਦੋਂ ਫਿਰ ਮੋਦੀ ਸਾਹਿਬ ਆਪਣੀ ਸੈਕੰਡ ਈਅਰ ਲੀਡਰਸ਼ਿਪ ਨਹੀਂ ਉੱਥੇ ਭੇਜਦੇ ਰਹੇ ਨੇ, ਖੁਦ ਨਹੀਂ ਹੋਣਾ ਉੱਥੇ ਜਾਣਾ ਮੁਨਾਸਬ ਸਮਝਦੇ। ਅੱਛਾ। ਹੁਣ ਜਿੰਨਾ ਉਹਨਾਂ ਦਾ ਅਮਰੀਕਾ ਦੇ ਵਿੱਚੋਂ ਝਾੜ ਫੂਕ ਹੋਈ ਹੈ ਔਰ ਉਹਨਾਂ ਨੂੰ ਸਾਰਾ ਉਹਨਾਂ ਦੀ ਟੈਰਿਫ ਲੱਗੇ ਨੇ, ਪਤਾ ਟੈਰਿਫ ਵੀ ਉਹਨਾਂ ਦੇ ਉੱਤੇ ਇੰਪੋਜ਼ ਹੋ ਚੁੱਕੇ ਨੇ 50% ਤੋਂ ਦੱਸਿਆ ਸੀ ਤੁਸੀਂ। ਠੀਕ ਹੈ, ਉਹ ਇੱਕ ਹੋਰ ਐਪੀਸੋਡ 'ਚ ਅਸੀਂ ਗੱਲ ਕਰ ਚੁੱਕੇ ਹਾਂ ਜੀ। ਤੇ ਉਹ ਹੁਣ ਮੋਦੀ ਹੁਣ ਗਿਆ ਆਪਣੇ ਹਮਸਾਇਆਂ ਨਾਲ ਗੱਲ ਠੀਕ। ਅੱਛਾ, ਤੁਹਾਡੀ ਮੋਦੀ ਤੋਂ ਮੈਨੂੰ ਇੱਕ ਗੱਲ ਯਾਦ ਆਈ, ਇਹ ਸੁਣਿਆ ਮੋਦੀ ਨੂੰ ਕੋਈ ਥੋੜੀ ਉੱਥੇ ਇੱਜ਼ਤ 'ਚ ਕੋਈ ਫਰਕ ਪਾਇਆ ਔਰ ਕਿਆਣਾ ਦਾ ਜਿਹੜਾ ਚੌਧਰੀ ਉਹਨੇ ਉਹਦੇ ਨਾਲ ਹੱਥ ਨਹੀਂ ਮਿਲਾਇਆ। ਅੱਛਾ, ਇਹ ਨਾ ਮੈਂ ਇਹਦੇ ਤੇ ਲਾਈਵ ਸਾਰੀ ਉਹ ਵੇਖੀ ਹੈ। ਠੀਕ ਹੈ, ਮੈਂ ਕਿਹਾ ਜ਼ਰਾ ਬਾਡੀ ਲੈਂਗੁਏਜ ਨੂੰ ਵੀ ਮੈਂ ਸਾਰਾ ਸਟੱਡੀ ਕਰਾਂ। ਤੋ ਇਨਸੀਡੈਂਟਲੀ ਮੈਂ ਟੀਵੀ ਪਲੇ ਕੀਤਾ ਔਰ ਮੈਨੂੰ ਚੀਜ਼ ਮਿਲੀ, ਮੈਂ ਕਿਹਾ ਚਲੋ ਮੈਂ ਲਾਈਵ ਰਿਸੈਪਸ਼ਨ ਵੀ ਸਾਰੀ ਵੇਖ ਲੈਣਾ। ਹੁਣ ਇਹ ਸਾਰੀ ਜਿੰਨੀ ਵੀ ਰਿਸੈਪਸ਼ਨ ਹੋਈ ਹੈ ਨਾ, ਚਾਈਨਾ ਦਾ ਪ੍ਰੈਜ਼ੀਡੈਂਟ ਆਪਣੀ ਮਿਸਿਸ ਦੇ ਨਾਲ ਲੋਕਾਂ ਨੂੰ, ਮਹਿਮਾਨਾਂ ਨੂੰ ਰਿਸੀਵ ਕਰ ਰਿਹਾ ਸੀ। ਤੇ ਉਹ ਜਿੰਨੇ ਵੀ ਆਪਣੇ ਆਪਣੇ ਕੰਟਰੀ ਦੇ ਰਿਪਰੈਜ਼ੈਂਟੇਟਿਵ ਨੇ ਉਹ ਗਏ ਨੇ, ਮਿਲੇ ਨੇ, ਤੇ ਸਭ ਤੋਂ ਜ਼ਿਆਦਾ ਵਾਰਮ ਵੈਲਕਮ ਜਿਹੜਾ ਹੈ ਨਾ ਉਹਨੇ ਪ੍ਰੈਜ਼ੀਡੈਂਟ ਸ਼ੀ ਨੇ ਆਪਣੇ ਮਹਿਮਾਨੇ ਖਸੂਸੀ ਨਹੀਂ ਕੀਤਾ ਹੈ। ਸਦਰ ਪੁਟਨ ਰੂਸ ਦੇ ਸਦਰ। ਅੱਛਾ। ਆ ਜਿਹੜੀ ਮਿਲਟਰੀ ਪਰੇਡ ਹੈ, ਇਹ ਮਿਲਟਰੀ ਪਰੇਡ ਦਾ ਉਹਨੇ ਮਹਿਮਾਨੇ ਖਸੂਸੀ ਵੀ ਸਦਰ ਪੁਟਨ ਨੂੰ ਔਰ ਉਹ ਜਿਹੜਾ ਸ਼ਮਾਲੀ ਕੋਰੀਆ ਦਾ ਕਿਮ ਜੋਂਗ ਉਨ ਉਹਨੂੰ ਬਣਾਇਆ। ਉਹ ਦੋ ਬੰਦੇ ਮਹਿਮਾਨੇ ਖਸੂਸੀ ਨੇ। ਅੱਛਾ। ਹੁਣ ਬੇਸ਼ੱਕ ਅਸੀਂ ਆ, ਬੇਸ਼ੱਕ ਇੰਡੀਆ ਹੈ, ਬੇਸ਼ੱਕ ਹੋਰ ਕੋ ਮੁਲਕ ਨੇ, ਉਹ ਗੈਸਟ ਜ਼ਰੂਰ ਨੇ, ਲੇਕਿਨ ਮਹਿਮਾਨੇ ਖਸੂਸੀ ਸਾਰੇ ਇਵੈਂਟ ਦਾ ਉਹ ਦੋ ਲੋਕ ਨੇ, रशियन प्रेसिडेंट और शिमाली कोरिया प्रेसिडेंट। ठीक है, तो उन्होंने ऑफ कोर्स ਜਿਹੜਾ ਉਹ ਜ਼ਿਆਦਾ ਵਾਰਮ ਵੈਲਕਮ ਵੀ ਮਿਲਿਆ ਹੈ ਜੋ ਬਾਜ਼ਾਰ ਹੈ। ਜੀ। ਠੀਕ ਹੈ, ਇੱਕ ਫੋਟੋ ਦੇ ਵਿੱਚ ਤੇ ਉਹ ਪ੍ਰੈਜ਼ੀਡੈਂਟ ਸ਼ੀ, ਪ੍ਰੈਜ਼ੀਡੈਂਟ ਪੁਟਨ ਔਰ ਇਹ ਜਿਹੜੇ ਇੰਡੀਅਨ ਪ੍ਰਾਈਮ ਮਿਨਿਸਟਰ ਹੈ ਨਰਿੰਦਰ ਮੋਦੀ, ਇਹ ਇੱਕ ਫੋਟੋ ਔਰ ਇੱਕ ਵੀਡੀਓ ਦੇ ਵਿੱਚ ਤੇ ਬੜਾ ਆਪਸ ਦੇ ਵਿੱਚ ਗੱਪਾਂ ਮਾਰ ਰਹੇ ਨੇ ਔਰ ਉਹਦਾ ਫਿਰ ਸੋਸ਼ਲ ਮੀਡੀਆ ਦੇ ਉੱਤੇ ਬੜਾ ਮੀਮਸ ਔਰ ਬੜਾ ਕਿ ਇਹ ਜੀ ਤਿੰਨੇ ਹੀ ਮਿਲ ਕੇ ਨਾ ਤੇ ਇਹ ਪ੍ਰੈਜ਼ੀਡੈਂਟ ਟਰੰਪ ਦੀ ਕੋਈ ਗੱਲ ਕਰਨ ਡਏ ਨੇ ਔਰ ਉਹਦੇ ਤੋਂ ਹੱਸਣ ਡਏ ਨੇ। ਠੀਕ ਹੈ, ਤੇ ਉਹ ਆ ਹੈ ਸਾਰਾ ਜੋ ਵੀ ਗੈਟ। ਅੱਛਾ, ਮੈਂ ਚਲੋ ਤੁਹਾਨੂੰ ਸਵਾਲ ਪੁੱਛਿਆ ਸੀ ਤੇ ਸਾਰੀ ਦਾ ਮੈਸੇਜ ਵੀ ਹੋ ਗਿਆ ਹੋਵੇ ਹੱਥ ਨਾ ਮਿਲਾਉਣ ਵਾਲਾ। ਤੇ ਇੱਕ ਹੋਰ ਚੀਜ਼ ਮੈਂ ਬੜੀ ਸੁਣੀ ਹੈ ਕਿ ਕਿੰਨਾ ਰਹਿੰਦਾ ਇਹ ਮੋਦੀ ਸਾਹਿਬ ਨੂੰ ਨਾਂ ਲੈ ਕੇ ਵੀ ਨਹੀਂ ਬੁਲਾਇਆ ਜਦੋਂ ਉਹਨਾਂ ਨੇ ਸਾਰੇ ਮਹਿਮਾਨਾਂ ਦਾ ਸ਼ੁਕਰੀਆ ਕੀਤਾ ਨਾ ਹਰ ਮੁਲਕ ਦਾ, ਤੇ ਉਹਦੇ ਵਿੱਚ ਮੋਦੀ ਦਾ ਨਾਂ ਨਹੀਂ ਲਿਆ। ਉਹਨਾਂ ਨੇ ਆਖਿਆ ਕਿ ਇੰਡੀਅਨ ਜਿਹੜਾ ਆਏ ਆ ਨਾ ਡੈਲੀਗੇਸ਼ਨ ਉਹਦਾ ਵੀ ਸ਼ੁਕਰੀਆ। ਉਹਦੇ ਵਿੱਚ ਬਾਕੀ ਜਿਵੇਂ ਸ਼ਬਾਜ਼ ਸ਼ਰੀਫ ਦਾ ਨਾਂ ਲਿਆ ਜਾਂ ਪੁਟਨ ਦਾ ਨਾਂ ਲਿਆ ਜਾਂ ਦੂਸਰੇ ਮੁਲਕ, ਇਹ ਮੋਦੀ ਦਾ ਕਿਉਂ ਨਹੀਂ ਵਿੱਚ ਨਾਂ ਲਿਆ ਗਿਆ? ਉਹ ਨਾ ਸਲਾਮ ਵਾਲੀ ਵੀ ਗੱਲ ਹੈ ਥੋੜੀ। ਉਹ ਵੇਖੋ, ਉਹ ਹੁਣ ਮੈਨੂੰ ਇੰਨਾ ਜ਼ਿਆਦਾ ਇਸ ਚੀਜ਼ ਦਾ ਡਿਟੇਲ ਚ ਤੇ ਨਹੀਂ ਹੈ ਮੈਨੂੰ ਅੰਦਾਜ਼ਾ, ਤੇ ਲੇਕਿਨ ਉਹ ਇੱਕ ਇਹਨਾਂ ਦੀ ਹਿਸਟਰੀ ਵੀ ਹੈ ਨਾ, ਉਹਨਾਂ ਨੂੰ ਵੀ ਪਤਾ ਹੈ ਨਾ ਕਿ ਆਹ ਬੰਦਾ ਉਧਰੋਂ ਮਤਲਬ ਆਪਣੀ ਝਾੜ ਫੂਕ ਕਰਾ ਕੇ ਅਮਰੀਕਾ ਕੋਲੋਂ, ਠੀਕ ਹੈ ਜੀ, ਤੇ ਫੇਰ ਆਇਆ ਸਾਡੇ ਚ। ਤੇ ਉਹ ਫਿਰ ਉਹਨਾਂ ਨਹੀਂ ਹੈ ਨਾ, ਉਹਨੂੰ ਮੇਰਾ ਕਹਿੰਦੇ ਫਿਰ ਉਹਨਾਂ ਬਾਅਦ ਵੈਲਕਮ ਨਹੀਂ, ਉਹਨਾਂ ਨੂੰ ਪਤਾ ਹੈ ਨਾ ਕਿ ਇਹਦੀ ਮਜਬੂਰੀ ਕੀ ਹੈ, ਇਹ ਕਿਉਂ ਸਾਡੇ ਵਿੱਚ ਆਇਆ। 7 ਸਾਲ ਬਾਅਦ, 7 ਸਾਲ ਦੇ ਵਿੱਚ ਆਪਣੇ
ਵਜ਼ੀਰਾਂ ਨੂੰ ਭੇਜਦਾ ਰਿਹਾ, ਸਾਨੂੰ ਆਪ ਹੀ ਡਾਇਰੈਕਟ ਮਿਲੇ ਹੀ ਨਹੀਂ। ਆਹ ਜਿਵੇਂ ਪਿਛਲੀਆਂ ਤਨਜ਼ੀਮਾਂ ਜੋ ਡੈਡੀਕੇਸ਼ਨ ਦਾ ਹੀ ਸ਼ੁਕਰੀਆ ਕਰਦੇ ਹਨ, ਉਹਨਾਂ ਐਤਕਾਂ ਵੀ ਡੈਡੀਕੇਸ਼ਨ ਦੇ ਕਰਦੇ ਉਹ ਸ਼ਾਇਦ ਉਹਨੇ ਦੱਸਣ ਲਿਆ ਹੈ ਕਿ ਕਿਹੜਾ ਮੁੱਦੀ ਆਏ ਕਿਹੜਾ ਮੁੱਦੀ ਆਇਆ। ਚਲੋ ਇਸ ਤਰ੍ਹਾਂ ਵੀ ਤੁਸੀਂ ਇੰਟਰਪ੍ਰੀਟ ਕਰ ਸਕਦੇ ਚਲੋ। ਤੇ ਬਾਕੀ ਚਲੋ ਇਹ ਵੀ ਚਾਈਨਾ ਦੀ ਵੀ ਇੱਕ ਗੱਲ ਸੀ, ਤੇ ਸਾਊਦੀ ਅਰਬ ਨੇ ਮੈਂ ਰਾਤ ਦੀ ਖਬਰ ਸੁਣੀ ਹੈ ਕਿ ਮੋਦੀ ਦੇ ਹੋਏ ਕੋਈ ਦਿਨ ਮਾੜੇ ਆਏ ਨੇ, ਗਲਫ ਵਾਲਿਆਂ ਨੇ ਸਾਰਾ ਤੇਲ ਬੰਦ ਕਰ ਦਿੱਤਾ, ਉਹਨਾਂ ਨੇ ਬਾਈ ਤੇਲ ਬੰਦ ਕਰ ਦਿੱਤਾ। ਇਹ ਗੱਲ ਸੱਚੀ ਹੈ? ਬਿਲਕੁਲ, ਮੈਂ ਵੀ ਅੱਜ ਦੇ ਪੇਪਰ ਵਿੱਚ ਚੀਜ਼ ਪੜ੍ਹੀ ਹੈ। ਠੀਕ ਹੈ। ਔਰ ਇੰਡੀਆ ਜਿਹੜਾ ਹੈ ਉਹਦੀ ਇਸ ਵੇਲੇ ਇਕਨੋਮੀ ਦੀ ਔਰ ਇੰਟਰਨਲੀ ਜਿਹੜੀ ਹੈ ਉਹ ਇਨਕਲੂਡਿੰਗ ਇਨ ਦੇਅਰ ਪਾਰਲੀਮੈਂਟ, ਉੱਥੇ ਆ ਜਿਹੜੀ ਹੈ ਨਾ ਟਾਕ ਆਫ ਦੀ ਟਾਊਨ ਹੈ ਹਾਜੀ ਸਾਹਿਬ, ਕਿ ਇਹ ਹੁਣ ਜੋ ਵੀ ਇੱਕ ਸਿਚੁਏਸ਼ਨ ਬਣ ਗਈ ਹੈ ਤੇ ਇਹਦਾ ਹੁਣ ਕੀ ਹੱਲ ਹੈ। ਠੀਕ ਹੈ। ਤੇ ਵਕਤੀ ਤੌਰ ਤੇ ਇਹੀ ਲੱਗ ਰਿਹਾ ਕਿ ਇੰਡੀਆ 'ਚੋਂ ਜੋ ਇੰਡੀਆ ਦੀਆਂ ਰਿਪੋਰਟਸ ਆ ਰਹੀਆਂ ਕਿ ਅਸੀਂ ਜਿਹੜਾ ਜੀ ਉਹ ਰੂਸ ਕੋਲੋਂ ਤੇਲ ਖਰੀਦਦੇ ਰਵਾਂਗੇ, ਅਸੀਂ ਝੁਕਣਾ ਨਹੀਂ ਹੈ, ਤੇ ਸਾਡੀ ਜਿਹੜੀ ਇਕਨੋਮੀ ਹੈ ਓਵਰਆਲ ਉਹਨੂੰ 1-2% ਹੀ ਫਰਕ ਪੈਣਾ ਹੈ। ਇਹ ਅਮਰੀਕਾ ਬੇਸ਼ੱਕ ਸਾਡਾ ਵੱਡਾ ਤਜਾਰਤੀ ਪਾਰਟਨਰ ਹੈ, ਲੇਕਿਨ ਕੋਈ ਨਹੀਂ ਏਡੀ ਕੋਈ ਵੱਡੀ ਗੱਲ ਨਹੀਂ ਹੈ। ਅਸੀਂ ਹੋਰ ਦੁਨੀਆ ਦੀਆਂ ਮੰਡੀਆਂ ਤਲਾਸ਼ ਕਰ ਲੈਂਦੇ ਹਾਂ ਆਪਣੇ ਮਾਲ ਦੀ ਖਪਤ ਲਈ। ਠੀਕ ਹੈ। ਉਹ ਹੁਣ ਇੱਧਰੋਂ ਜਿਹੜਾ ਗਲਫ ਵਾਲੀ ਚੀਜ਼ ਹੋਈ ਹੈ, ਇਹ ਬਿਲਕੁਲ ਲੇਟੈਸਟ ਡਿਵੈਲਪਮੈਂਟ ਹੈ। ਔਰ ਤੁਸੀਂ ਬੜੀ ਮਜ਼ੇ ਦੀ ਚੀਜ਼ ਜਿਹੜੀ ਹੈ ਉਹ ਸਟੋਰੀ ਤੁਸੀਂ ਦੱਬੀ ਬੈਠੇ ਹੋ, ਇਹ ਵਾਕਈ ਬੜੀ ਮਜ਼ੇ ਦੀ ਸਟੋਰੀ ਹੈ ਕਿ ਗਲਫ ਕੰਟਰੀਜ਼ ਨੇ ਆਪਣੇ ਤੇਲ ਦੇ ਉੱਤੇ ਸੈਂਕਸ਼ਨ ਕਰ ਦਿੱਤਾ ਹੈ ਕਿ ਇੰਡੀਆ ਨੂੰ ਨਹੀਂ ਦੇਣਾ। ਇੰਡੀਆ ਨਹੀਂ ਦੇਣਾ। ਠੀਕ ਹੈ। ਤੇ ਇਹ ਹੁਣ ਲੈਟਸ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਫਰਦਰ ਡਿਵੈਲਪਮੈਂਟ ਵੇਖਾਂਗੇ, ਨਾਲੇ ਬੈਕਗ੍ਰਾਉਂਡ ਸਮਝਾਂਗੇ। ਤੁਸੀਂ ਜ਼ਿਆਦਾਤਰ ਕਰਦੇ ਹੋ, ਨਹੀਂ ਤੇ ਮੈਂ ਤੇ ਇੰਡੀਆ ਦੀ ਲਾਹ ਪਾ ਕੇ ਕਰਨੀ ਸੀ ਥੋੜੀ ਜੀ। ਚਲੋ ਤੁਸੀਂ ਭਾਜੀ ਆਪਣੀ ਚਾਲ ਚੱਲੋ, ਅਸੀਂ ਇੰਡੀਆ ਦੀ ਗੱਲ ਨਹੀਂ ਕਰ ਰਹੇ, ਅਸੀਂ ਗੱਲ ਕਰ ਰਹੇ ਹਾਂ ਚਾਈਨਾ। ਹਾਂਜੀ, ਉਹ ਵਿੱਚ ਚਾਈਨਾ ਇੰਡੀਆ ਦੇ ਤੁਸੀਂ ਆਪਣੀ ਚਾਲ ਚੱਲੋ ਨਾ। ਮੈਂ ਚਾਲ ਚੱਲ ਦਿੱਤੀ ਹੈ ਜੀ, ਇਹ ਲੋ ਜੀ ਮੇਰੀ ਚਾਲ ਚੱਲ ਗਈ। ਤੇ ਗੱਲ ਪਤਾ ਕੀ ਹੈ, ਉਹ ਇੰਡੀਆ ਵਿੱਚ ਚਾਈਨਾ ਹੀ ਗਏ ਹੈ ਨਾ, ਤੇ ਉਹਦੀ ਵਜ੍ਹਾ ਦੇ ਨਾਲ ਮੈਂ ਫਿਰ ਵਿੱਚ ਇੰਡੀਆ ਦੇ 2-3 ਸਵਾਲ ਕਰ ਲਏ ਨੇ। ਤੇ ਬਾਕੀ ਇਹ ਜਿਹੜਾ ਸ਼ਮਾਲੀ ਕੋਰੀਆ ਜਾਂ ਪੁਟਨ ਹੈ, ਸ਼ਮਾਲੀ ਕੋਰੀਆ ਵੀ ਇਹ ਚਾਈਨਾ ਦਾ ਹੀ ਖੜਿਆ ਕੀਤਾ ਮੁਲਕ ਨਹੀਂ ਵੈਸੇ। ਇਹ ਹੈ ਸਭ ਬਿਲਕੁਲ ਨੇਬਰਹੁੱਡ 'ਚ ਹੈ। ਠੀਕ ਹੈ। ਦੋਨੋਂ ਇਕੱਠੇ ਇਹ ਮੁਲਕ ਸਨ। ਫਿਰ 51 ਦੇ ਵਿੱਚ ਵਾਰ ਹੋਈ, ਔਰ ਵਾਰ ਦੇ ਨਤੀਜੇ 'ਚ ਫਿਰ ਇਹ ਮੁਲਕ ਜਿਹੜਾ ਹੈ ਨਾ ਇਹ 2 ਹਿੱਸਿਆਂ 'ਚ ਤਕਸੀਮ ਹੋ ਗਿਆ, ਸ਼ਮਾਲੀ ਕੋਰੀਆ, ਜਨੂਬੀ ਕੋਰੀਆ। ਜਿਹੜਾ ਸ਼ਮਾਲੀ ਕੋਰੀਆ ਉਹ ਫਿਜ਼ੀਕਲੀ ਚਾਈਨਾ ਦੇ ਨਾਲ ਜੁੜੇ ਹੈ, ਉਹਦਾ ਰਕਬਾ ਨਾਲ ਮਿਲਦਾ। ਠੀਕ ਹੈ। ਜਨੂਬੀ ਕੋਰੀਆ ਦਾ ਨਹੀਂ ਹੈ। ਥੋੜਾ ਜਿਹਾ ਸਮੁੰਦਰ ਟੱਪੋ ਤੇ ਅੱਗੇ ਜਾਪਾਨ ਹੈ। ਠੀਕ ਹੈ। ਜੋ ਦੁਨੀਆ ਦਾ ਨਕਸ਼ਾ ਹੈ। ਇਹ ਫਿਰ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਚਾਈਨਾ ਦੀ ਸਾਰੀ ਉਸ ਖਾਨਦਾਨ ਨੂੰ, ਉਸ ਮੁਲਕ ਨੂੰ ਸਪੋਰਟ ਹੈ ਉਹ ਸਾਰਾ ਨਿਜ਼ਾਮ ਚਲਾਉਣ ਵਾਸਤੇ। ਠੀਕ ਹੈ। ਔਰ ਜਨੂਬੀ ਕੋਰੀਆ ਔਰ ਜਾਪਾਨ ਦਾ ਆਪਸ ਦੇ ਵਿੱਚ ਇਕੱਠ ਹੈ, ਪਲੱਸ ਉਹਨਾਂ ਦਾ ਨਾਲ ਅਮਰੀਕਾ ਦੇ ਨਾਲ ਇਕੱਠ ਹੈ। ਉਹਨਾਂ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਅਮਰੀਕਾ ਕੋਲ ਹੈ। ਅਮਰੀਕਾ ਬਕਾਇਦਾ ਉਹਦੀ ਫੀਸ ਚਾਰਜ ਕਰਦਾ ਹੈ, ਉਹਨਾਂ ਦੀ ਸਿਕਿਉਰਿਟੀ। ਠੀਕ ਹੈ। ਜਾਪਾਨ ਨੂੰ ਕੋਈ ਐਸਾ ਲੰਬੀ ਚੌੜੀ ਕੋਈ ਫੌਜਾਂ ਰੱਖਣ ਦੀ ਇਜਾਜ਼ਤ ਨਹੀਂ ਹੈ। ਉਹਨਾਂ ਨੇ ਕਿਹਾ ਜੀ ਕਿ ਤੈਨੂੰ ਸਾਡੇ ਤੋਂ ਇਲਾਵਾ ਹੁਣ ਕੋਈ ਨਹੀਂ ਤੰਗ ਕਰੇਗਾ। ਠੀਕ ਹੈ। ਅਸੀਂ ਜਿਹੜਾ ਤੈਨੂੰ ਕਰਨਾ ਕਰ ਲਿਆ, ਹੁਣ ਤੂੰ ਆਪਣੀ ਸਿਕਿਉਰਿਟੀ ਦੇ ਸਾਨੂੰ ਪੈਸੇ ਦੇਣੇ ਤੇ ਅਸੀਂ ਤੇਰੀ ਸਿਕਿਉਰਿਟੀ, ਤੈਨੂੰ ਫੌਜਾਂ ਦੀ ਅਸਲਿਆਂ ਦੀ ਲੰਬੀ ਚੌੜੀ ਜ਼ਰੂਰਤ। ਵੈਸੇ ਮੈਂ ਤਾਂ ਬੇਸਿਕਲੀ ਆਖਾਂਗਾ ਬੜਾ ਬਹੁਤ ਅੱਛਾ ਵੇ, ਮਖਸੂਸ ਪੈਸੇ ਦੇ ਦਿੱਤੇ ਨਾ ਫੌਜਾਂ ਰੱਖਣ ਦੀ ਲੋੜ ਨਹੀਂ, ਲੇਕਿਨ ਫਿਰ ਵੀ ਇਹ ਚਲੋ ਇੱਕ ਅਲੱਗਾ ਗੁਫ਼ਤਗੂ ਹੈ। ਉਹ ਹੁਣ ਅੱਜ ਸਾਹਿਬ ਇਹਦੇ ਵਿੱਚ ਜਿਹੜੀ ਫੌਜੀ ਨੁਮਾਇਸ਼ ਹੈ, ਫੌਜੀ ਨੁਮਾਇਸ਼ ਦੇ ਉੱਤੇ ਲੋਕਾਂ ਦੀ ਜਿਹੜੀ ਹੈ ਨਾ ਉਹ ਬੜੀ ਧਿਆਨ ਹੈ, ਬੜਾ ਇਹਦੇ ਉੱਤੇ ਸਾਰਾ ਗੌਰ ਫਿਕਰ ਹੋ ਰਿਹਾ ਕਿ ਇਹਦੇ 'ਚ ਕਿਹੜੀ ਕਿਸਮ ਦਾ ਅਸਲਾ ਚਾਈਨਾ ਇੰਟਰੋਡਿਊਸ ਕਰਦੇ ਹੈ। ਪਤਾ ਜਦੋਂ ਵੀ ਫੌਜੀ ਪਰੇਡ ਕਿਸੇ ਮੁਲਕ 'ਚ ਹੁੰਦੀ ਹੈ ਤਾਂ ਉਹ ਬੜੇ ਸ਼ਾਨ ਔਰ ਸ਼ੌਕਤ ਨਾਲ ਆਪਣੇ ਅਸਲੇ ਦੀ ਵੀ ਨੁਮਾਇਸ਼ ਕਰਦੇ ਨੇ, ਕਿਸੇ ਵੇਖੋ ਜੀ ਸਾਡੇ ਕੋਲ ਆਹ ਵੀ ਚੀਜ਼ ਹੈ ਆਪਣੇ ਦਿਫਾ ਵਾਸਤੇ। ਠੀਕ ਹੈ। ਤੇ ਉਹਦੇ ਤੇ ਬੜਾ ਧਿਆਨ ਹੈ। ਮੈਂ ਇੱਕ ਦੀ ਰਿਪੋਰਟ ਪੜ੍ਹੀ ਹੈ ਕਿ ਇਹਦੇ ਤੇ ਹਾਜੀ ਸਾਹਿਬ ਉਹ ਦੁਨੀਆ ਦਾ ਲੇਟੈਸਟ ਵੈਪਨ, ਹੋਰ ਦੁਨੀਆ ਦੇ ਕਿਸੇ ਮੁਲਕ ਦੇ ਕੋਲ ਵੈਪਨ ਨਹੀਂ ਹੈ, ਉਹਦਾ ਨਾਮ ਹੈ ਲੇਜ਼ਰ ਵੈਪਨ। ਉਹ ਲੇਜ਼ਰ ਵੈਪਨ ਵੀ ਚਾਈਨਾ ਇੰਟਰੋਡਿਊਸ ਕਰ ਰਿਹਾ ਹੈ ਇਹ ਫੌਜੀ ਪਰੇਡ ਦੇ ਵਿੱਚ। ਉਹ ਮਤਲਬ ਉਹ ਲੇਜ਼ਰ ਤੁਸੀਂ ਜਿੱਧਰ ਮਾਰੋਗੇ ਈਵਨ ਇੰਨੀ ਖਤਰਨਾਕ ਹੈ ਕਿ ਉਹ ਜਹਾਜ਼ ਦਾ ਪਾਇਲਟ ਜਿਹੜਾ ਹੈ ਉਹਦੀ ਨਜ਼ਰ ਜਾਂਦੀ ਰਹੇਗੀ। ਠੀਕ ਹੈ। ਉਹ ਇੰਨੀ ਕੋ ਖਤਰਨਾਕ ਜਿਹਾ ਉਹਨੇ ਵੈਪਨ ਇਜਾਦ ਕੀਤਾ ਚਾਈਨਾ ਨੇ, ਉਹਦੀ ਵੀ ਨੁਮਾਇਸ਼ ਹੋ ਰਹੀ ਹੈ। ਫਿਰ ਆਵਾਜ਼ ਦੀ ਰਫ਼ਤਾਰ ਤੋਂ 5 ਗੁਣਾ ਤੇਜ਼ ਜਿਹੜਾ ਮਿਜ਼ਾਈਲ ਚੱਲਦਾ ਹੈ ਉਹਨੂੰ ਆਉਂਦੇ ਨੇ ਹਾਈਪਰਸੋਨਿਕ ਮਿਜ਼ਾਈਲ। ਠੀਕ ਹੈ। ਉਹਦੀ ਵੀ ਨੁਮਾਇਸ਼ ਹੋਣ ਜਾ ਰਹੀ ਹੈ। ਠੀਕ ਹੈ।
ਫਿਰ ਜਿਹੜਾ ਪਾਣੀ ਦੇ ਵਿੱਚ ਜਾ ਕੇ ਜਿਹੜੀ ਚੀਜ਼ ਆਬਦੋਜ਼ ਦੀ ਸ਼ਕਲ 'ਚ ਡਰੋਨ ਨਵਾਂ ਚੀਜ਼ ਵੀ ਉਹਨਾਂ ਨੇ ਬਣਾਈ ਹੈ ਫॉर ਦਾ ਫਸਟ ਟਾਈਮ। ਅਸੀਂ ਤੇ ਡਰੋਨ ਹੈ ਉੱਤੇ ਚੱਲਦੇ ਵੇਖਦੇ ਆ ਨਾ, ਉਹਨਾਂ ਪਾਣੀ ਦੇ ਵਿੱਚ ਥੱਲੇ ਗਹਿਰਾਈ 'ਚ ਚੱਲਣ ਵਾਲੇ ਡਰੋਨ ਜਿਹੜੇ ਨੇ ਨਾਲ ਅਸਲਾ ਵੀ ਉਹ ਕੈਰੀ ਕਰਨਗੇ, ਠੀਕ ਹੈ, ਉਹ ਵੀ ਉਹ ਆਪਣੀ ਨੁਮਾਇਸ਼ ਵਿੱਚ ਕਰ ਰਹੇ ਨੇ। ਹੁਣ ਇਹਦੇ 'ਚ ਬੜੀ ਮਜ਼ੇ ਦੀ ਹੁਣ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ। ਇਹਦਾ ਨਾਂ ਉਹਨਾਂ ਨੇ ਆਪਣੇ ਡਰੋਨ ਦਾ ਔਰ ਜਿਹੜੀ ਇਹ ਲੇਟੈਸਟ ਟੈਕਨੋਲੋਜੀ ਜੋ ਇੰਟਰੋਡਿਊਸ ਕਰਵਾ ਰਹੇ ਨੇ, ਇਹਦਾ ਨਾਂ ਉਹਨਾਂ ਨੇ ਗੁਆਮ ਰੱਖਿਆ। ਗੁਆਮ ਕੀ ਜਗ੍ਹਾ ਹੈ? ਜਾਪਾਨ ਤੋਂ ਥੋੜਾ ਪਰਾਂ ਹੋ ਗਈ, ਇਸੇ ਹੀ ਪੈਸੀਫਿਕ ਓਸ਼ਨ ਦੇ ਵਿੱਚ ਇੱਕ ਜਜ਼ੀਰਾ ਹੈ। ਜਿੰਨਾ ਇਹ ਪੈਸੀਫਿਕ ਓਸ਼ਨ ਹੈ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰ, ਇਹਦੇ ਵਿੱਚ ਬੇਸ਼ੁਮਾਰ ਜਜ਼ੀਰੇ ਨੇ, ਜ਼ਿਆਦਾਤਰ ਦੇ ਉੱਤੇ ਅਮਰੀਕਾ ਦਾ ਕਬਜ਼ਾ ਹੈ, ਠੀਕ ਹੈ, ਉਹਦੇ ਵਿੱਚ ਇੱਕ ਗੁਆਮ ਵੀ ਹੈ, ਠੀਕ ਹੈ, ਔਰ ਉਹਨਾਂ ਨੇ ਗੁਆਮ ਕਿਲਰ ਦੇ ਨਾਂ ਤੋਂ ਆਪਣੇ ਅਸਲੇ ਦਾ ਨਾਮ ਰੱਖਿਆ। ਅਮਰੀਕਾ ਨੇ ਉੱਥੇ ਸਾਰੀਆਂ ਪੋਜੀਸ਼ਨਾਂ ਲਈਆਂ ਨੇ ਫਿਊਚਰ ਵਾਸਤੇ ਕਿ ਅਗਰ ਚਾਈਨਾ ਨੂੰ ਅਸੀਂ ਕੋਈ ਦਬਾਉਣਾ ਹੋਏਗਾ ਤੇ ਆਹ ਸਾਡੀਆਂ ਸਟ੍ਰਾਈਕਿੰਗ ਪੋਜੀਸ਼ਨ ਨੇ, ਨਾਲ ਜਨੂਬੀ ਕੋਰੀਆ ਔਰ ਜਾਪਾਨ ਤੋਂ ਇਲਾਵਾ ਮੁਖਤਲਿਫ ਜਜ਼ਾਇਰ, ਅੱਛਾ, ਤਾਇਵਾਨ ਤੋਂ ਇਲਾਵਾ ਮੁਖਤਲਿਫ ਜਜ਼ਾਇਰ, ਠੀਕ ਹੈ। ਇਹ ਵੀ ਸੁਣਿਆ ਕਿ ਜਾਪਾਨ ਨਾਲ ਬਿਲੀਅਨ ਦੇ ਵਿੱਚ ਚਾਈਨਾ ਦਾ ਜਿਹੜਾ ਕਾਰੋਬਾਰ ਵੀ ਹੈ, ਤੇ ਇੰਨਾ ਚਾਈਨਾ ਦੀ ਐਸਾ ਇਹ ਬੜੀ ਖੂਬਸੂਰਤੀ ਹੈ, ਚਾਈਨਾ ਦੀ ਇੱਕ ਬੜੀ ਰਿਚ ਹਿਸਟਰੀ ਹੈ, ਬੜੀ ਇੱਕ ਤਾਰੀਖ ਹੈ ਉਹਨਾਂ ਦੀ, ਠੀਕ ਹੈ, ਔਰ ਬੜੀ ਓਲਡ ਜਿਹੜੀ ਹੈ ਸਿਵਲਾਈਜੇਸ਼ਨ ਹੈ। ਤੇ ਚਾਈਨਾ ਦੀ ਲੇਕਿਨ ਐਸਾ ਖੂਬਸੂਰਤੀ ਇਹ ਹੈ ਕਿ ਪੂਰੀ ਤਰੀਕ ਦੇ ਵਿੱਚ ਨਾ ਚਾਈਨਾ ਨੇ ਕਿਸੇ ਨੂੰ ਆਪਣੀ ਚਾਰ ਦੀਵਾਰੀ ਚੋਂ ਬਾਹਰ ਨਿਕਲ ਕੇ ਕੁੱਟਿਆ ਨਹੀਂ ਹੈ। ਉਹਨਾਂ ਨੇ ਆਪਣੇ ਕਾਰੋਬਾਰ ਕਰਦੇ ਨੇ, ਪੀਸਫੁਲ ਲੋਕ ਨੇ। ਜਦੋਂ ਵੀ ਚਾਈਨਾ ਨੇ ਦੁਨੀਆ ਦੇ ਉੱਤੇ ਹਾਜੀ ਸਾਹਿਬ ਕੋਈ ਚੀਜ਼ ਆਜ਼ਾਦ ਕੀਤੀ ਹੈ ਨਾ, ਸਾਰੀ ਦੁਨੀਆ ਦੇ ਉੱਤੇ ਉਹਦਾ ਇੰਪੈਕਟ ਆਇਆ, ਪੂਰੀ ਦੁਨੀਆ ਨੇ ਉਹਦੇ ਤੋਂ ਫਾਇਦਾ ਚੁੱਕਿਆ ਔਰ ਪੂਰੀ ਦੁਨੀਆ 'ਚ ਉਹਦੇ ਨਾਲ ਤਬਦੀਲੀ ਆਈ ਹੈ, ਠੀਕ ਹੈ। ਬੇਸ਼ੁਮਾਰ ਚੀਜ਼ਾਂ ਚਾਈਨਾ ਦੀ ਆਜ਼ਾਦ ਹੈ, ਠੀਕ ਹੈ। ਆਂਦੇ ਨੇ ਸਿਆਹੀ ਜਿਹੜੀ ਹੈ ਜਿੰਨਾ ਅਸੀਂ ਲਿਖਦੇ ਪੜ੍ਹਦੇ ਹਾਂ, ਇਹ ਸਿਆਹੀ ਚਾਈਨਾ ਨੇ ਆਜ਼ਾਦ ਕੀਤੀ ਹੈ। ਕਾਗਜ਼, ਗਨ ਪਾਊਡਰ ਉਹਨਾਂ ਨੇ ਆਜ਼ਾਦ, ਕਾਗਜ਼ ਉਹਨਾਂ ਨੇ ਆਜ਼ਾਦ ਕੀਤਾ, ਠੀਕ ਹੈ ਜੀ। ਤੇ ਉਹ ਇਸ ਤਰ੍ਹਾਂ ਬੇਸ਼ੁਮਾਰ ਉਹਨਾਂ ਨੇ, ਲੇਕਿਨ ਉਹ ਇੰਨਾ ਪੀਸਫੁਲ ਜਿਹੇ ਲੋਕ ਨੇ ਕਿ ਉਹ ਆਪਣੀ ਚਾਰ ਦੀਵਾਰੀ 'ਚ ਬਾਹਰ ਨਿਕਲ ਕੇ ਅੱਜ ਤੱਕ ਕਿਸੇ ਨਾਲ ਲੜੇ ਨਹੀਂ ਹੈ, ਠੀਕ ਹੈ। ਇੰਡੀਆ ਦੇ ਨਾਲ ਉਹਨਾਂ ਦਾ ਜ਼ਰੂਰ ਬਾਰਡਰ, ਕਿਉਂਕਿ ਬਹੁਤ ਲੰਬਾ ਔਰ ਬਹੁਤ ਮੁਸ਼ਕਿਲ ਬਾਰਡਰ ਹੈ, ਔਰ ਬਾਰਡਰ ਦੇ ਫਿਰ ਤੁਹਾਨੂੰ ਪਤਾ ਹੈ ਬੰਦੇ ਨੇ ਫਿਰ ਰੌਲੇ ਜਿਹੜੇ ਨਾ ਉਹ ਪਿੰਡਾਂ ਦੇ ਤੁਰਦੇ ਨੇ, ਇਹ ਹੁੰਦੇ ਹੀ ਨੇ, ਹਾਂਜੀ, ਠੀਕ ਹੈ, ਕਿ ਬੰਦਾ ਇੱਧਰ ਕਿਉਂ ਆ ਤੇ ਇੱਧਰ ਕਿਉਂ ਆ, ਇਹ ਰੌਲੇ ਨਹੀਂ ਮੁੱਕਦੇ। ਇੰਨੇ ਮੁਲਕਾਂ ਦੇ ਬਾਰਡਰਾਂ ਇੰਡੀਆ ਦੇ ਨਾਲ ਉਹਦਾ ਜ਼ਰੂਰ ਇਹ ਮਾੜਾ ਚੰਗਾ ਮਾਮਲਾ ਹੈ, ਠੀਕ ਹੈ, ਔਰ ਇਹਦੇ ਤੇ ਬਕਾਇਦਾ ਚਲੋ ਜੰਗ ਵੀ ਹੋਈ ਹੈ, ਔਰ ਉਹਦੇ ਵਿੱਚ ਚਾਈਨਾ ਨੇ ਆਪਣੇ ਉਹ ਮਸਲੇ ਨੂੰ ਕਾਫੀ ਹੱਦ ਤੱਕ ਉਹਨਾਂ ਦਰੁਸਤ ਵੀ ਕਰ ਲਿਆ, ਖੋਖ ਲੂਗੇ, ਠੀਕ ਹੈ, ਜ਼ੋਰ ਜ਼ਬਰਦਸਤੀ ਨਾਲ, ਠੀਕ ਹੈ। ਤੇ ਉਹਦੇ ਵਿੱਚ ਮਾਰਕੁੱਟ ਜ਼ਿਆਦਾ ਇੰਡੀਆ ਨੂੰ ਪਈ ਹੈ, ਲੇਕਿਨ ਚਾਈਨਾ ਬਾਹਰ ਨਿਕਲ ਕੇ ਨਹੀਂ ਹੈ ਕਿਸੇ ਨੂੰ ਤੰਗ ਕੀਤਾ, ਠੀਕ ਹੈ। ਉਹ ਹੁਣ ਕਿਉਂਕਿ ਦੁਨੀਆ ਦੇ ਵਿੱਚ ਜਿਹੜੀ ਹੈ ਉਹ ਹੋ ਰਹੀ ਹੈ ਦੌਲਤ ਔਰ ਟੈਕਨੋਲੋਜੀ ਦੀ ਇੱਕ ਜੰਗ ਹੈ, ਠੀਕ ਹੈ, ਅਸਰ ਔਰ ਸੂਰ ਦੀ ਇੱਕ ਜੰਗ ਹੈ ਕਿ ਦੁਨੀਆ 'ਚ ਵੱਡਾ ਕੌਣ ਹੈ, ਠੀਕ ਹੈ, ਕੰਟਰੀ ਦੇ ਲਿਹਾਜ਼ ਨਾਲ ਉਹ ਹੁਣ ਜੰਗ ਹੈ। ਔਰ 45 ਤੋਂ ਬਾਅਦ ਔਰ ਖਸੂਸਨ ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਰੂਸ ਬਣਿਆ 90 ਦੀ ਦਹਾਈ 'ਚ, ਉਦੋਂ ਬਾਅਦ ਦੁਨੀਆ ਦਾ ਜਿਹੜਾ ਇੱਕ ਗਲੋਬਲ ਆਰਡਰ ਹੈ ਕਿ ਦੁਨੀਆ ਦੇ ਵਿੱਚ ਕਿਹੜੇ ਮੁਲਕ ਦੀ ਕਿਹੜੀ ਪੋਜੀਸ਼ਨ ਹੈ, ਕੀ ਉਹਦਾ ਸਟੇਟਸ ਹੈ ਔਰ ਦੁਨੀਆ ਦੇ ਨਿਜ਼ਾਮ ਨੇ ਕਿੰਝ ਚੱਲਣਾ, ਉਹਦੇ 'ਚ ਇੱਕ ਮੇਜਰ ਸ਼ਿਫਟ ਜਿਹੜੀ ਹੈ ਨਾ ਹੋਣ ਜਾ ਰਹੀ ਹੈ, ਠੀਕ ਹੈ। ਹੁਣ ਤੁਹਾਡਾ ਅਗਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਉਹਨਾਂ ਨੇ ਚੱਲਿਆ ਜਿਹੜਾ ਐਡਰੈਸ ਕੀਤਾ ਹੈ ਸਦਰ ਸ਼ੀ ਨੇ, ਠੀਕ ਹੈ, ਉਹ ਐਡਰੈਸ ਜਿਹੜਾ ਹੈ ਹਾਜੀ ਸਾਹਿਬ ਉਹ ਹੈ ਅਸਲ ਖਬਰ। ਜੇ ਉਹਦੀ ਕੋਈ ਇੱਕ ਦੋ ਮੁਖੜਾ ਸੁਣਨਾ ਹੈ ਤਾਂ ਮੈਂ ਤੁਹਾਨੂੰ ਉਹ ਵੀ ਸੁਣਾ ਦਿਓ ਜੀ। ਮੈਂ ਲਾਸਟ ਖਬਰ ਕਰ ਲੈਂਦੇ ਹਾਂ, ਪ੍ਰੋਗਰਾਮ ਲੰਮਾ ਨਾ ਹੋਏ ਮਲਿਕ ਸਾਹਿਬ, ਇੱਕ ਦੋ ਨਾ ਦੱਸ ਦਿਓ, ਉਹਦੀ ਵੀ ਲਾਈਨ ਪਤਾ ਲੱਗੇ ਨਾਜ਼ਰੀਨ ਨੂੰ, ਕਿਉਂਕਿ ਉਹ ਖਤਮ ਹੋਣ ਵਾਲੀ ਹੈ, ਵੀਡੀਓ ਖਤਮ ਹੋਣੀ ਹੈ ਔਰ ਪਰੇਡ ਵੀ ਖਤਮ ਹੋਣੀ। ਹਾਜੀ ਸਾਹਿਬ ਉਹ ਜਿਹੜਾ ਪ੍ਰੈਜ਼ੀਡੈਂਟ ਸ਼ੀ ਨੇ, ਤੁਸੀਂ ਵੀ ਅੱਗੇ ਜ਼ਿਕਰ ਕੀਤਾ ਹੈ ਨਾ, ਸ਼ੁਕਰੀਆ ਔਰ ਖਿਤਾਬ ਕੀਤਾ ਹੈ, ਠੀਕ ਹੈ, ਔਰ ਵਿੱਚ ਮੋਦੀ ਦਾ ਨਾਂ ਨਹੀਂ ਲਿਆ, ਉਹਦੇ ਵਿੱਚ ਜਿਹੜੀਆਂ 2-3 ਮੇਜਰ ਮੈਂ ਗੱਲਾਂ ਨੋਟ ਕੀਤੀਆਂ ਨਾ, ਉਹ ਮੈਂ ਤੁਹਾਡੀ ਤੇ ਨਾਜ਼ਰੀਨ ਦੀ ਖਿਦਮਤ 'ਚ ਪੇਸ਼ ਕਰ ਲਈ ਜੀ, ਠੀਕ ਹੈ। ਇੱਕ ਚੀਜ਼ ਤੇ ਹਾਜੀ ਸਾਹਿਬ ਉਹਨੇ ਸਟਾਰਟ 'ਚ ਹੀ ਉਹਨੇ ਕਿਹਾ ਜੀ ਕਿ ਦੁਨੀਆ ਦੇ ਬਦਮਾਸ਼ੀ ਨਹੀਂ ਚੱਲੇਗੀ। ਬੁਲੀਇੰਗ ਦਾ ਵਰਡ ਉਹਨੇ ਇੰਗਲਿਸ਼ ਵਰਡ ਯੂਜ਼ ਕੀਤਾ, ਬੁਲੀਇੰਗ, ਉਹਦਾ ਮਤਲਬ ਇਹ ਹੈ ਕਿ ਬਦਮਾਸ਼ੀ ਨਹੀਂ ਚੱਲੇਗੀ, ਕਿ ਤਗੜਾ ਮਾੜੇ ਤੇ ਐਵੇਂ ਨਾ ਬਿਲਾਵਜਾ ਚੜ ਦੌੜੇ, ਉਹ ਅਸੀਂ ਦੁਨੀਆ ਦੇ ਵਿੱਚ ਚੀਜ਼ ਨਹੀਂ ਹੋਣ ਦੇਣੀ। ਆ ਵੇਖੋ ਅਸੀਂ ਕਿੰਨੇ ਜਿਹੇ ਲੋਕ ਇੱਥੇ ਬੈਠੇ ਇਸ ਵਾਸਤੇ, ਨੰਬਰ 1। ਨੰਬਰ 2 ਉਹਨੇ ਕਿਹਾ ਜੀ ਕਿ ਦੁਨੀਆ ਨੂੰ ਇਹ ਚੀਜ਼ ਹੁਣ ਤੈਅ
ਕਰਨੀ ਪਏਗੀ ਕਿ ਉਹਨਾਂ ਨੂੰ ਜੰਗਾਂ ਚਾਹੀਦੀਆਂ ਹੈ ਕਿ ਸਾਡੇ ਇੱਥੇ ਕੋਲ ਬਹਿ ਕੇ ਅਮਨ ਚਾਹੀਦਾ। ਅਮਨ ਚਾਹੀਦਾ। ਅਸੀਂ ਆ ਅਮਨ ਦੇ ਨਾਲ, ਠੀਕ ਹੈ। ਔਰ ਉਹਨਾਂ ਕਿਹਾ ਜੀ ਕਿ ਦੁਨੀਆ ਨੂੰ ਇਹਦੇ ਵਿੱਚੋਂ ਹੁਣ ਆਪਸ਼ਨ ਪਿਕ ਐਂਡ ਚੂਜ਼ ਕਰਨਾ ਪਏਗਾ ਕਿ ਦੁਨੀਆ ਜਿਹੜੀ ਹੈ ਉਹ ਪੁਰ ਅਮਨ ਤਬਦੀਲੀ ਚਾਹੁੰਦੀ ਹੈ ਕਿ ਨਹੀਂ ਚਾਹੁੰਦੀ। ਇਹਦਾ ਮਤਲਬ ਇਹ ਹੈ ਕਿ ਅਮਰੀਕਾ ਸਾਹਿਬ ਤੁਸੀਂ ਪਿਛਾੜ ਜਾਓ, ਤੁਸੀਂ ਦੁਨੀਆ ਦੇ ਨਿਜ਼ਾਮ ਨੂੰ ਸੰਭਾਲਣ 'ਚ ਚਲਾਉਣ 'ਚ ਹੁਣ ਤੁਸੀਂ ਨਾਕਾਮ ਹੋ। ਔਰ ਇਸ ਪਲੇਟਫਾਰਮ ਨੂੰ ਇਹਨਾਂ ਲੋਕਾਂ ਨੂੰ ਦੁਨੀਆ ਦਾ ਨਿਜ਼ਾਮ ਚਲਾਉਣ ਦਿਓ। ਇਹਦਾ ਦਰਅਸਲ ਜੋ ਤੁਹਾਨੂੰ ਪਤਾ ਹੀ ਹੈ, ਮੈਂ ਮਤਲਬ ਦਾ ਸਟੂਡੈਂਟ ਹਾਂ ਜੀ ਜੀ, ਠੀਕ ਹੈ। ਵਾਟ ਇਜ਼ ਦਾ ਮੀਨਿੰਗ ਆਫ ਦਾ ਮੀਨਿੰਗ, ਮੇਰੀ ਸਟੱਡੀ ਜਿਹੜੀ ਹੈ ਉਹ ਜ਼ਿਆਦਾ ਇਹਦੇ ਤੇ ਹੁਣ ਫੋਕਸ ਕਰਦੀ ਹੈ ਕਿ ਗੱਲ ਦਾ ਕੰਮ ਦਾ ਇਹ ਇਨਸੀਡੈਂਟ ਦਾ ਮਤਲਬ ਕੀ ਠੀਕ ਹੈ। ਮੈਂ ਆ ਇੰਪ੍ਰੈਸ਼ਨ ਲਿਆ ਉਹਨੇ ਕਿਹਾ ਜੀ ਕਿ ਦੁਨੀਆ 'ਚ ਪੁਰ ਅਮਨ ਚੇਂਜ ਹੋਣ ਦਿਓ, ਸਾਨੂੰ ਲੋਕਾਂ ਨੂੰ ਹੁਣ ਦੁਨੀਆ ਦਾ ਨਿਜ਼ਾਮ ਚਲਾਉਣ ਦਿਓ ਜੀ। ਔਰ ਤੁਸੀਂ ਚੌਧਰੀ ਬਣ ਕੇ ਨਹੀਂ, ਤੁਸੀਂ ਇੱਕ ਮੈਂਬਰ ਬਣ ਕੇ, ਇੱਕ ਐਕਟਿਵ ਮੈਂਬਰ ਬਣ ਕੇ ਇਸ ਦੁਨੀਆ ਦੇ ਵਿੱਚ ਹੁਣ ਸਾਡੇ ਨਾਲ ਸ਼ਾਮਲ ਹੋਵੋ ਜੀ। ਸਾਡੇ ਤੇ ਬਦਮਾਸ਼ੀ ਨਾ ਕਰੋ, ਠੀਕ ਹੈ, ਔਰ ਆਪਣੀ ਮਨਮਰਜ਼ੀ ਨਾ ਕਰੋ, ਠੀਕ ਹੈ। ਔਰ ਦੁਨੀਆ ਨੂੰ ਉਹਦੇ ਮੁਸਤਕਬਲ ਨੂੰ ਪੁਰਅਮਨ ਬਣਾਉਣ ਵਾਸਤੇ ਤੁਸੀਂ ਵੀ ਸਾਡਾ ਸਾਥ ਦਿਓ। ਬਿਲਕੁਲ ਸਹੀ ਹੋ, ਠੀਕ ਹੈ। ਮੈਂ ਜੋ ਸਮਝਿਆ, ਠੀਕ ਹੈ। ਤੇ ਮੇਰਾ ਖਿਆਲ ਹੈ ਗੱਲ ਸਾਡੀ ਮੋਟੀ ਚੀਜ਼ਾਂ ਜਿੱਦਾਂ ਹੁਣ ਤੁਹਾਨੂੰ ਗੱਲ ਦੀ ਸਮਝ ਆ ਰਹੀ ਹੈ। ਸਿੱਟੇ ਕਰ ਸਕਦੇ ਹਾਂ ਵੀ ਇਹਦੇ ਅਸਰਾਤ ਬਾਅਦ ਚ ਵੀ ਨਿਕਲਣੇ ਨੇ, ਖਬਰਾਂ ਨਿਕਲਣੀਆਂ ਨੇ, ਤੇ ਕਾਫੀ ਦਿਨ ਇੰਟਰਨੈਸ਼ਨਲ ਪੋਲਿਟਿਕਸ ਇਹੀ ਗੱਲ ਹੈ, ਇਹ ਚੱਲਣੀ ਹੈ ਤੇ ਇਹਦੇ ਤੇ ਫਿਰ ਅਸੀਂ ਗੱਲ ਕਰ ਲਾਂਗੇ। ਹਾਂਜੀ ਨਾਜ਼ਰੀਨ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ, ਤੁਹਾਡੀ ਮਿਹਰਬਾਨੀ ਤੇ ਰੱਬ ਰੱਖ।